गुरु नानक साहब महाराज जी ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਹਿੰਦੇ ਹੋ ਪਰਮਾਤਮਾ ਇੱਕ ਆ ਤੇ ਜੇ ਪਰਮਾਤਮਾ ਇੱਕ ਆ ਤੇ ਤੁਸੀਂ ਸਾਡੇ ਨਾਲ ਅੱਲਾਹ ਤਾਲਾ ਇੱਕ ਆ ਤੇ ਚਲੋ ਮਸਜਿਦ ਵਿੱਚ ਚੱਲ ਕੇ ਨਮਾਜ਼ ਅਦਾ ਕਰੋ। ਨਾਨਕ ਸਾਹਿਬ ਨੇ ਇਹ ਉਹੀ ਮਸੀਤ ਆ ਜਿੱਥੇ ਮੁਸਲਮਾਨਾਂ ਦੇ ਨਾਲ ਆ ਕੇ ਉਹ ਨਮਾਜ਼ ਦੇ ਵਿੱਚ ਹਾਜ਼ਰੀ ਭਰੀ। गुरु नानक साहब महाराज जी जो मस्जिद में आए तो इत्थे आके जो काजी ने नमाज अदा की और जिहड़े उस वक्त का नवाब दौलत खां सी उन्होंने नमाज अदा की। मेरा ध्यान घर विच मेरी घोड़ी सूई सी, उन्हें एक बच्चा दिता सी, वछेरी दिती सी ते मेरा ध्यान वछेरी विच सी। ਕਹਿੰਦੇ ਕਿ ਸਾਖੀ ਵਿੱਚ ਜਿਹੜਾ ਜ਼ਿਕਰ ਆ ਕਿ ਉਹਦਾ ਧਿਆਨ ਸੀ ਕਾਜੀ ਦਾ ਕਿ ਮੇਰਾ ਵਸ਼ੇਰਾ ਜਾਂ ਉਹਦੀ ਬੱਚੀ ਜਿਹੜੀ ਉਹ ਨਾ ਡਿੱਗ ਪਵੇ ਖੂਹ 'ਚ। ਹੋ ਸਕਦਾ ਕਹਿੰਦੇ ਨੇ ਕਿ ਇਹ ਖੂਹ ਉਹ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਖੜੇ ਹਾਂ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਤੇ। ਮੇਰੇ ਪਿੱਛੇ ਜਿਹੜੀ ਤੁਸੀਂ ਮਸੀਤ ਦੇਖ ਰਹੇ ਹੋ ਲਗਭਗ 550 ਸਾਲ ਪੁਰਾਣੀ ਇਹ ਮਸੀਤ ਹੈ ਤੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਿਲੇਟਡ ਇੱਕ ਸਾਖੀ ਸੁਣੀ ਹੋਵੇਗੀ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਉਸ ਵੇਲੇ ਦੇ ਕਾਜੀ ਨੇ ਦੌਲਤ ਖਾਂ ਲੋਧੀ ਨੇ ਕਿਹਾ ਸੀ ਕਿ ਤੁਸੀਂ ਅਗਰ ਮੰਨਦੇ ਹੋ ਕਿ ਸਾਰਾ ਸੰਸਾਰ ਇੱਕੋ ਉਪਜਿਆ ਹੈ, ਇੱਕ ਬਰਾਬਰ ਹੈ, ਤਾਂ ਸਾਡੇ ਨਾਲ ਇਸ ਜਗ੍ਹਾ ਤੇ ਸਾਡੇ ਨਾਲ ਨਮਾਜ਼ ਅਦਾ ਕਰਕੇ ਦਿਖਾਓ। ਤੇ ਅੱਜ ਉਸ ਮਸੀਤ ਦੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਮਸੀਤ ਨੂੰ ਬੜਾ ਵਧੀਆ ਤਰੀਕੇ ਨਾਲ ਸੰਭਾਲਿਆ ਗਿਆ ਹੈ। ਕੈਨੇਡਾ ਨਿਵਾਸੀ ਵੀਰ ਅੰਗਰੇਜ਼ ਸਿੰਘ ਸਿੱਧੂ ਨੇ ਇਹਦੀ ਦੁਬਾਰਾ ਸੇਵਾ ਕਰਾਈ ਆ ਤੇ ਬਹੁਤ ਹੀ ਸਾਫ਼ ਸੁਥਰੇ ਤਰੀਕੇ ਨਾਲ ਇਹਦੀ ਸੰਭਾਲ ਕੀਤੀ ਗਈ ਹੈ ਤੇ ਲਗਭਗ 550 ਸਾਲ ਪੁਰਾਣੀ ਇਹ ਮਸੀਤ ਹਜੇ ਵੀ ਹੂਬਹੂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੁੰਦਰ ਤੇ ਆਲੀਸ਼ਾਨ ਇਮਾਰਤ ਹਜੇ ਵੀ ਖੜੀ ਹੈ। ਤੇ ਤੁਸੀਂ ਇਹ ਤਸਵੀਰ ਵੀ ਦੇਖ ਸਕਦੇ ਹੋ ਕਿ ਜਿਹਦੇ ਵਿੱਚ ਦਰਸਾਇਆ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਨਮਾਜ਼ ਅਦਾ ਕਰ ਰਹੇ ਨੇ ਉਸ ਵੇਲੇ ਦੇ ਮੁਸਲਮਾਨਾਂ ਦੇ ਨਾਲ। ਜਿਹੜੀ ਸਾਖੀ ਪ੍ਰਚਲਿਤ ਹੈ ਤੁਸੀਂ ਸੁਣੀ ਵੀ ਹੋਵੇਗੀ, ਜਦੋਂ ਗੁਰੂ ਨਾਨਕ ਸਾਹਿਬ ਜੀ ਮਈ ਨਦੀ ਵਿੱਚੋਂ ਨਿਕਲ ਕੇ ਇੱਕ ਓਂਕਾਰ ਦਾ ਸਿਧਾਂਤ ਸੰਗਤ ਦੇ ਨਾਲ ਰੱਖਿਆ ਤਾਂ ਮੁਸਲਮਾਨਾਂ ਨੇ ਉਸ ਵੇਲੇ ਦੇ ਕਾਜੀ ਨੇ ਦੌਲਤ ਖਾਂ ਲੋਧੀ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਅਗਰ ਤੁਸੀਂ ਸਾਰੇ ਸੰਸਾਰ ਨੂੰ ਇੱਕ ਮੰਨਦੇ ਹੋ ਤੇ ਮੰਨਦੇ ਹੋ ਕਿ ਸਾਰੇ ਧਰਮਾਂ ਦੇ ਲੋਕ ਬਰਾਬਰ ਨੇ ਤੇ ਸਾਡੇ ਨਾਲ ਨਮਾਜ਼ ਅਦਾ ਕਰਕੇ ਦਿਖਾਓ। ਤੇ ਗੁਰੂ ਨਾਨਕ ਸਾਹਿਬ ਨੇ ਇਹ ਉਹੀ ਮਸੀਤ ਆ ਜਿੱਥੇ ਮੁਸਲਮਾਨਾਂ ਦੇ ਨਾਲ ਆ ਕੇ ਉਹ ਨਮਾਜ਼ ਦੇ ਵਿੱਚ ਹਾਜ਼ਰੀ ਭਰੀ ਤੇ ਉਸ ਸਾਖੀ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਉਸ ਵੇਲੇ ਦਾ ਇਤਿਹਾਸ ਜੋ ਸਿਧਾਂਤ ਹੈ ਉਹਦੇ ਬਾਰੇ ਵੀ ਚਾਨਣਾ ਪਾਵਾਂਗੇ। ਸਾਡੇ ਨਾਲ ਵੀਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਇੱਕ ਵਾਰ ਮੈਂ ਫਿਰ ਵੀਰ ਨੂੰ ਕਹਾਂਗੇ ਕਿ ਸੰਗਤ ਨਾਲ ਦਿਖਾ ਦਿਓ ਇਹ ਸੁੰਦਰ ਮਸੀਤ ਕਰੀਬ 550 ਸਾਲ ਪੁਰਾਣੀ ਹੂਬਹੂ ਇਹਨੂੰ ਵਧੀਆ ਤਰੀਕੇ ਨਾਲ ਸੰਭਾਲਿਆ ਗਿਆ ਹੈ। ਤੇ ਸਾਡੇ ਨਾਲ ਨੇ ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਜੀ ਸਭਰਾ ਤੇ ਵੀਰ ਅਮਰਪ੍ਰੀਤ ਸਿੰਘ ਗੁੱਜਰਵਾਲ। ਅਸੀਂ ਇਸ ਮਸੀਤ ਦੇ ਸਿਧਾਂਤ ਇੱਥੋਂ ਦੀ ਜਿਹੜੀ ਸਾਖੀ ਪ੍ਰਚਲਿਤ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਨੇ ਜਿਵੇਂ ਸਾਨੂੰ ਪਹਿਲਾਂ ਵੀ ਦੱਸਿਆ ਜੋ ਸਾਖੀ ਪ੍ਰਚਲਿਤ ਹੈ ਗੁਰੂ ਨਾਨਕ ਸਾਹਿਬ ਦੇ ਨਾਲ ਰਿਲੇਟਡ ਇਸ ਮਸੀਤ ਦਾ ਜ਼ਿਕਰ ਆਉਂਦਾ ਹੈ, ਜਿਹਦੇ ਵਿੱਚ ਮੈਂ ਚਾਹਾਂਗਾ ਕਿ ਸੰਗਤ ਨਾਲ ਤੁਸੀਂ ਉਹ ਸਾਖੀ ਦੀ ਜ਼ਰੂਰ ਸਾਂਝ ਪਾਓ ਤੇ ਫਿਰ ਵੀਰ ਅਮਰਪ੍ਰੀਤ ਸਿੰਘ ਗੁੱਜਰਵਾਲ ਕੋਲੋਂ ਆਪਾਂ ਉਸ ਸਾਖੀ ਦੇ ਵਿੱਚ ਜੋ ਸਿੱਖਿਆ ਦਿੱਤੀ ਗਈ, ਜੋ ਸਿਧਾਂਤ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸਿੰਘ ਸਾਹਿਬ, ਉਹ ਸਾਖੀ ਦੀ ਸਾਂਝ ਪਾਇਓ ਸੰਗਤ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਧਰਤੀ ਤੋਂ ਵੇਈ ਨਦੀ ਵਿੱਚ ਡੁੱਬੀ ਲਾਉਂਦੇ ਆ ਤੇ 3 ਦਿਨ ਅਲੋਪ ਰਹਿਣ ਤੋਂ ਬਾਅਦ ਗੁਰਦੁਆਰਾ ਸ੍ਰੀ ਸੰਤ ਘਾਟ ਵਾਲੀ ਜਗ੍ਹਾ 'ਤੇ ਬਾਹਰ ਆਉਂਦੇ ਆ ਤੇ ਉੱਥੇ ਆ ਕੇ ਜਦੋਂ ਵਿਚਾਰ ਚਰਚਾ ਹੁੰਦੀ ਆ ਤੇ ਕਰਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਹਿੰਦੇ ਹੋ ਕਾਜੀ ਵੱਲੋਂ ਕਿ ਤੁਸੀਂ ਕਹਿੰਦੇ ਹੋ ਕਿ ਸਾਰੇ ਪਰਮਾਤਮਾ ਇੱਕ ਆ ਤੇ ਜੇ ਪਰਮਾਤਮਾ ਇੱਕ ਆ ਤੇ ਤੁਸੀਂ ਸਾਡੇ ਨਾਲ ਅੱਲਾਹ ਤਾਲਾ ਇੱਕ ਆ ਤੇ ਚਲੋ ਮਸਜਿਦ ਵਿੱਚ ਚੱਲ ਕੇ ਨਮਾਜ਼ ਅਦਾ ਕਰੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਸਜਿਦ ਵਿੱਚ ਨਾਲ ਲਿਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਜਿਹੜਾ ਪਰਮਾਤਮਾ ਦਾ ਨਾਮ ਲੈਣਾ ਆ, ਪਰਮਾਤਮਾ ਨੂੰ ਯਾਦ ਕਰਨਾ, ਉਹ ਕੋਈ ਗਲਤ ਨਹੀਂ ਹੈ। ਪਰਮਾਤਮਾ ਦਾ ਨਾਮ ਲੈਣਾ ਬੁਰੀ ਗੱਲ ਨਹੀਂ ਆ। ਅੱਲਾਹ ਤਾਲਾ ਦੀ ਯਾਦ ਵਿੱਚ, ਪਰਮਾਤਮਾ ਦੀ ਯਾਦ ਵਿੱਚ ਜੁੜਨਾ ਬੁਰੀ ਗੱਲ ਨਹੀਂ ਆ, ਉਹ ਕਿਤੇ ਵੀ ਜੁੜਿਆ ਜਾ ਸਕਦਾ। ਲੇਕਿਨ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਮਸਜਿਦ ਵਿੱਚ ਆਏ ਤੇ ਇੱਥੇ ਆ ਕੇ
ਜੋ ਕਾਜੀ ਨੇ ਨਮਾਜ਼ ਅਦਾ ਕੀਤੀ ਔਰ ਜਿਹੜੇ ਉਸ ਵਕਤ ਦਾ ਨਵਾਬ ਦੌਲਤ ਖਾਂ ਸੀ ਉਹਨਾਂ ਨੇ ਨਮਾਜ਼ ਅਦਾ ਕੀਤੀ। ਤੇ ਉਸ ਵਕਤ ਉਹਨਾਂ ਨੇ ਜਦੋਂ ਇਹ ਸਵਾਲ ਕੀਤਾ, ਗੁਰੂ ਨਾਨਕ ਸਾਹਿਬ ਜੀ ਖੜੇ ਰਹੇ। ਨਮਾਜ਼ ਅਦਾ ਕਰਨ ਤੋਂ ਬਾਅਦ ਕਹਿੰਦੇ ਤੁਸੀਂ ਤਾਂ ਨਮਾਜ਼ ਅਦਾ ਕੀਤੀ ਨਹੀਂ, ਤੁਸੀਂ ਕਹਿੰਦੇ ਸੀ ਗੱਲ ਕੋਈ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ, ਕਹਿਣ ਲੱਗੇ ਜੀ ਨਮਾਜ਼ ਤਾਂ ਤੁਸੀਂ ਵੀ ਅਦਾ ਨਹੀਂ ਕੀਤੀ। ਕਹਿੰਦੇ ਅਸਾਂ ਅਦਾ ਕਿਉਂ ਨਹੀਂ ਕੀਤੀ? ਕਹਿੰਦੇ ਕਿ ਵੇਖੋ ਤੁਸੀਂ ਇਹ ਦੱਸੋ ਕਾਜੀ ਸਾਹਿਬ ਜੋ ਨਮਾਜ਼ ਅਦਾ ਕਰ ਰਹੇ ਸੀ ਤੁਹਾਡਾ ਧਿਆਨ ਕਿੱਥੇ ਸੀ? ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਜ਼ਿਕਰ ਕੀਤਾ ਕਿ ਤੁਹਾਡਾ ਧਿਆਨ ਕਿੱਥੇ ਸੀ, ਤੇ ਕਾਜੀ ਇੱਕਦਮ ਠਿੰਬਰ ਗਿਆ ਤੇ ਕਹਿਣ ਲੱਗਾ ਜੀ ਮੇਰਾ ਧਿਆਨ ਘਰ ਵਿੱਚ ਮੇਰੀ ਘੋੜੀ ਸੂਈ ਸੀ, ਉਹਨੇ ਇੱਕ ਬੱਚਾ ਦਿੱਤਾ ਸੀ, ਵਛੇਰੀ ਦਿੱਤੀ ਸੀ, ਤੇ ਮੇਰਾ ਧਿਆਨ ਵਛੇਰੀ ਵਿੱਚ ਸੀ। ਮਤਲਬ ਜਾਨੀ ਜਾਨ ਗੁਰੂ ਪਾਤਸ਼ਾਹ ਨੇ ਉਹਨਾਂ ਦੇ ਮੂੰਹੋਂ ਇਹ ਗੱਲ ਕਹਾਤੀ। ਹਾਂਜੀ, ਕਿ ਉਹ ਮੇਰਾ ਧਿਆਨ ਵਛੇਰੀ ਵਿੱਚ ਸੀ, ਜਿਹੜੀ ਘੋੜੀ ਦਾ ਬੱਚਾ ਵਛੇਰੀ ਆ ਉਹ ਕਿਤੇ ਨੇੜੇ ਖੂਹ ਵਿੱਚ ਨਾ ਡਿੱਗ ਜਾਏ। ਜੀ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਜ਼ਿਕਰ ਕੀਤਾ ਤੇ ਕਹਿੰਦੇ ਜੀ ਜੇ ਮੈਂ ਨਮਾਜ਼ ਅਦਾ ਨਹੀਂ ਕੀਤੀ ਤੁਸੀਂ ਨਵਾਬ ਸਾਹਿਬ ਨਾਲ ਅਦਾ ਕਰ ਲੈਂਦੇ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਨਾਂ ਵੀ ਨੂੰ ਪੁੱਛ ਲਓ ਉਹਨਾਂ ਦਾ ਧਿਆਨ ਕਿੱਥੇ ਸੀ। ਉਹ ਕਹਿੰਦਾ ਜੀ ਮੇਰਾ ਧਿਆਨ ਵੀ ਕਾਬਲ ਵਿੱਚ ਘੋੜੇ ਖਰੀਦਣ ਵਿੱਚ ਹੀ ਗਿਆ ਹੋਇਆ ਸੀਗਾ, ਤਾਂ ਕਿ ਇਹ ਜਿਹੜਾ ਮੇਰਾ ਵੀ ਧਿਆਨ ਇੱਥੇ ਨਹੀਂ ਸੀ। ਜਦੋਂ ਮੈਂ ਨਮਾਜ਼ ਸਰੀਰ ਕਰਕੇ ਫਿਜ਼ੀਕਲੀ ਤੌਰ ਤੇ ਤਾਂ ਮੈਂ ਇੱਥੇ ਅਦਾ ਕਰ ਰਿਹਾ ਸੀਗਾ, ਲੇਕਿਨ ਧਿਆਨ ਸੁਰਤ ਜਿਹੜੀ ਸੀਗੀ ਉਹ ਮੇਰੀ ਕਾਬਲ ਵਿੱਚ ਘੋੜੇ ਖਰੀਦਣ ਵਿੱਚ ਲੱਗੀ ਹੋਈ ਸੀਗੀ। ਜਿਸ ਇਹ ਸਾਖੀ ਤੋਂ ਜਿਹੜੀ ਸਾਨੂੰ ਪ੍ਰੇਰਨਾ ਮਿਲਦੀ ਹੈ, ਬਹੁਤਾਤ ਹੁੰਦਾ ਕੀ ਹੈ ਕਿ ਅੱਜ ਵੀ ਮੈਂ ਕਈ ਵਾਰ ਇਹ ਗੱਲ ਕਹੀ ਕਿ ਇੱਕ ਦਿਨ ਮੈਂ ਇੱਕ ਭੈਣ ਨੂੰ ਪੁੱਛਿਆ, ਉਹ ਕਹਿੰਦੀ ਵੀਰ ਜੀ ਪਤਾ ਨਹੀਂ ਕੀ ਗੱਲ ਆ, ਸ਼ੁਰੂ ਜਪਜੀ ਸਾਹਿਬ ਕਰਨੀ ਭੋਗ ਸੋਦਰ ਦਾ ਪੈ ਜਾਂਦਾ ਵੀ ਧਿਆਨ ਜਦੋਂ ਅਸੀਂ ਵੀ ਅੱਜ ਤੱਕ ਇਹਦਾ ਜਦੋਂ ਧਿਆਨ ਡਿਵਰਟ ਹੋਏਗਾ, ਸਾਡਾ ਧਿਆਨ ਕਿਤੇ ਸੁਰਤ ਜਦੋਂ ਸਾਡੀ ਖਿੰਡਦੀ ਹੈ ਉਸ ਵਕਤ ਅਸੀਂ ਪਰਮਾਤਮਾ ਨਾਲ ਨਹੀਂ ਜੁੜ ਰਹਿੰਦੇ, ਉਸ ਵਕਤ ਸਾਡਾ ਧਿਆਨ ਕਿਸੇ ਹੋਰ ਪਾਸੇ। ਅੱਜ ਕੱਲ੍ਹ ਵੀ ਸੁਣਦੇ ਆ ਕਈ ਵੀਰ ਕਹਿੰਦੇ ਵੀ ਅਸੀਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਮੂਲ ਮੰਤਰ ਤੱਕ ਤਾਂ ਯਾਦ ਰਹਿੰਦਾ ਵੀ ਅਸੀਂ ਕੀਤਾ, ਅੱਗੇ ਪਤਾ ਨਹੀਂ ਲੱਗਦਾ ਵੀ ਕਦੋਂ ਸੰਪੂਰਨ ਹੋ ਗਿਆ। ਉਹ ਕਹਿੰਦੇ ਵੀ ਭੋਗ ਉਹੀ ਗੱਲ ਹੋ ਗਈ ਨਾ, ਸ਼ੁਰੂ ਜਪਜੀ ਸਾਹਿਬ ਕੀਤਾ ਭੋਗ ਸੋਦਰ ਦਾ ਪੈ ਗਿਆ, ਸ਼ੁਰੂ ਸੋਦਰ ਕੀਤਾ ਭੋਗ ਜਪਜੀ ਸਾਹਿਬ ਪੈ ਗਿਆ, ਕਿਉਂਕਿ ਸੋਦਰ ਵਾਲੀ ਪੌੜੀ ਜਿਹੜੀ ਬਿਲਕੁਲ ਰਲਦਾ ਮਿਲਦਾ ਕਰਕੇ। ਸੋ ਇਸ ਕਰਕੇ ਸਾਡਾ ਧਿਆਨ ਜਿਹੜਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਧਿਆਨ ਨੂੰ ਟਿਕਾਉਣ ਦੀ ਜਿਹੜੀ ਪ੍ਰੇਰਨਾ ਸੀਗੀ ਇੱਕ ਤਰ੍ਹਾਂ ਨਾਲ ਇਸ ਇਤਿਹਾਸ ਵਿੱਚ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀਗੀ। ਔਰ ਭਾਵੇਂ ਇੱਥੋਂ ਦੇ ਬਹੁਤ ਸਾਰੇ ਮੈਂ ਬਜ਼ੁਰਗਾਂ ਨੂੰ ਵੈਸੇ ਮਿਲੇ ਹਾਂ ਤੇ ਇਸ ਜਿੱਥੇ ਅੱਜ ਤੁਸੀਂ ਮੈਨੂੰ ਲੈ ਕੇ ਆਏ ਮਸਜਿਦ ਬਾਰੇ ਬਹੁਤ ਕੁਝ ਬਜ਼ੁਰਗਾਂ ਨੇ ਇਹ ਜ਼ਿਕਰ ਵੀ ਕੀਤਾ ਕਿ ਇਹ ਮਸਜਿਦ ਸੀ ਜਦੋਂ ਜਿੱਥੇ ਨਮਾਜ਼ ਅਦਾ ਕਰਨ ਵਾਸਤੇ ਅਸੀਂ ਇਹ ਸ਼ਾਹੀ ਮਸਜਿਦ ਸੀਗੀ ਜਿੱਦਾਂ। ਸੋ ਇਹਨੂੰ ਕਹਿੰਦੇ ਰਾਜ ਦਰਬਾਰ ਸੀਗਾ ਇਹ। ਇਸ ਤੋਂ ਬਜ਼ੁਰਗਾਂ ਤੋਂ ਕੁਝ ਗੱਲਾਂ ਦਾ ਵੀ ਸਾਨੂੰ ਪਤਾ ਲੱਗਦਾ ਵਾ। ਕਈ ਗੱਲਾਂ ਕਿਤਾਬਾਂ ਵਿੱਚ ਜਾਂ ਕਈ ਵਾਰ ਸਾਨੂੰ ਨਹੀਂ ਵੀ ਮਿਲਦੀਆਂ ਉਸ ਚੀਜ਼ ਨੂੰ ਕੋਖਣ ਵਾਸਤੇ, ਫਿਰ ਸਾਨੂੰ ਉਹਨਾਂ ਹਵਾਲਿਆਂ ਤੋਂ ਪਤਾ। ਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਮਸਜਿਦ ਆ ਸੁਲਤਾਨਪੁਰ ਲੋਧੀ ਦੇ ਵਿੱਚ ਸ਼ਾਹੀ ਕਿਲਾ ਮੌਜੂਦ ਆ, ਜਿੱਥੇ ਹੁਣ ਥਾਣਾ ਵਾ, ਕਿਲਾ ਸਰਾਏ ਵੀ ਕਹਿ ਦਿੰਦੇ ਆ, ਕਾਫੀ ਪੁਰਾਤਨ ਬਿਲਡਿੰਗ ਆ ਤੇ ਹੋ ਸਕਦਾ ਇਹ ਲਗਭਗ 600 ਸਾਲ ਦੇ ਕਰੀਬ ਵੱਧ ਵੀ ਪੁਰਾਣੀ ਹੋ ਸਕਦੀ ਹੈ, ਖਸਤਾ ਹਾਲਤ ਵਿੱਚ ਆ ਤੇ ਉੱਥੇ ਮਸਜਿਦ ਮੌਜੂਦ ਆ। ਤੇ ਇਹ ਜਿਹੜੀ ਪ੍ਰਚਲਿਤ ਸਾਖੀ ਆ ਇਹਦੇ ਸੰਬੰਧ ਵਿੱਚ, ਇਹਦੀ ਯਾਦ ਵਿੱਚ ਇਹ ਸਾਰੇ ਸਿਸਟਮ ਦੀ ਇੱਕ ਗੁਰਦੁਆਰਾ ਅੰਤਰਜਾਮਤਾ ਜੋ ਲਾਗੇ ਨਜ਼ਦੀਕ ਮੌਜੂਦ ਆ, ਇੱਥੋਂ ਅੱਧਾ ਕਿਲੋਮੀਟਰ ਤੇ ਬਣਿਆ ਹੋਇਆ ਹੈ। ਤੇ ਇਸ ਤੋਂ ਇਲਾਵਾ ਵੀਰ ਜੀ ਨਾਲ ਸਾਂਝ ਪਾਉਣੇ ਸਾਖੀ ਤੋਂ ਵੀ ਦੀ ਜਿਹੜੀ ਸਿੱਖਿਆ ਮਿਲਦੀ ਜੋ ਸਿਧਾਂਤ ਆ ਹਨਾ, ਉਹਦੇ ਬਾਰੇ ਸੰਗਤ ਨੂੰ ਜ਼ਰੂਰ ਜਾਣਕਾਰੀ ਦਿਓ। ਇਹ ਵੀਰ ਜੀ ਇਦਾਂ ਹੈਗਾ ਬਈ ਜਿਵੇਂ ਗਿਆਨੀ ਜੀ ਉਹਨਾਂ ਨੇ ਵੀ ਗੱਲ ਕੀਤੀ ਹੈ ਧਿਆਨ ਦੀ। ਜੀ। ਗੁਰਬਾਣੀ ਵੀ ਇਹੀ ਗੱਲ ਕਹਿੰਦੀ ਹੈ ਵੀ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜੀਓ। ਜੀ। ਸਾਡਾ ਧਿਆਨ ਜਿਹੜਾ ਹੈਗਾ ਉਹ ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਗੁਰਬਾਣੀ ਦੇ ਅਰਥ ਭਾਵਾਂ ਵੱਲ ਕੇਂਦਰਿਤ ਹੋਣਾ ਚਾਹੀਦਾ, ਸੁਰਤ ਵਿੱਚ ਇਹ ਚੀਜ਼ ਚੱਲਣੀ ਚਾਹੀਦੀ ਹੈ। ਤੇ ਇੱਕ ਗੱਲ ਪੱਕੀ ਹੋਣੀ ਚਾਹੀਦੀ ਹੈ ਵੀ ਉਸ ਅਰਥ ਭਾਵਾਂ ਨੂੰ ਅਸੀਂ ਜੀਵਨ ਤੇ ਟਿਕਾਉਣਾ ਤੇ ਮੰਨ ਕੇ ਵੀ ਚੱਲਣਾ। ਜੀ। ਜਿਵੇਂ ਇੱਥੇ ਦੀ ਸਾਖੀ ਦੀ ਆਪਾਂ ਗਿਆਨੀ ਜੀ ਹੁਣਾਂ ਨੇ ਸਾਂਝ ਪਾਈ ਆ, ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇਹ ਗੁਰਬਾਣੀ ਦੀ ਸਿੱਖਿਆ ਵੀ ਗੁਰੂ ਸਾਹਿਬ ਜੀ ਨੇ ਕਿਸੇ ਦੇ ਪ੍ਰਥਾਏ ਕੋਈ ਗੱਲ ਕਹੀ ਹੈ ਉਹ ਸਾਰੀ ਦੁਨੀਆ ਦੇ ਲਈ ਸਾਂਝੀ ਹੈ, ਕਿਸੇ ਇੱਕ ਧਰਮ ਵਾਸਤੇ ਇੱਕ ਜਾਤ ਫਿਰਕੇ ਵਾਸਤੇ ਨਹੀਂ। ਨਾ, ਇਹ ਗੱਲ ਆਪਾਂ ਨੂੰ ਸਮਝ ਹੋਣੀ ਚਾਹੀਦੀ ਹੈ। ਸਾਰੀ ਦੁਨੀਆ ਦੇ ਵਿੱਚ ਕੌਣ ਆਉਂਦੇ ਨੇ? ਨਿਗਰੋ ਵੀ ਆਉਂਦੇ ਨੇ, ਅੰਗਰੇਜ਼ ਵੀ ਆਉਂਦੇ ਨੇ, ਜੈਨੀ, ਈਸਾਈ, ਮੁਸਲਮਾਨ, ਕਿੱਦਾਂ ਦੇ ਲੋਕ ਜਿਹੜੇ ਆਉਂਦੇ ਨੇ, ਸਾਰਿਆਂ ਲਈ ਸਾਂਝਾ ਉਪਦੇਸ਼। ਤਾਈਆਂ ਤੋਂ ਗੁਰੂ ਲਫ਼ਜ਼ ਵਰਤਿਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ, ਪਹਿਲਾ ਗ੍ਰੰਥ ਹੈ ਜਿਹਦੇ ਲਈ ਗੁਰੂ ਲਫ਼ਜ਼ ਵਰਤਿਆ ਗਿਆ। ਦੂਜੀ ਦੇਖੋ ਹੁਣ ਇੱਥੇ ਦੇ ਸਿਧਾਂਤ ਦੀ ਗੱਲ, ਮੁਸਲਮਾਨ ਵੀਰਾਂ ਦੇ ਲਈ ਉਪਦੇਸ਼ ਹੋਵੇਗਾ ਜੀ, ਤੇ ਨਾਲੇ ਜਿਹੜੇ ਸਿੱਖ ਗੁਰਬਾਣੀ ਪੜ੍ਹਦੇ ਨੇ ਉਹਦੇ ਲਈ ਵੀ ਸਿੱਖਿਆ ਹੋਵੇਗੀ। ਬਿਲਕੁਲ। ਪੰਜ ਨਵਾਜ਼ਾਂ ਵਕਤ ਪੰਜਾਂ ਪੰਜੇ ਨਾਉ, ਪੰਜ ਨਵਾਜ਼ਾਂ ਨੇ, ਉਹਨਾਂ ਦੇ ਵਕਤ ਵੀ ਪੰਜ ਨੇ ਤੇ ਪੰਜੇ ਟਾਈਮ ਜਿਹੜੀਆਂ ਉਹ ਨਵਾਜ਼ਾਂ ਅਦਾ ਕੀਤੀਆਂ ਜਾਂਦੀਆਂ। ਗੁਰੂ ਸਾਹਿਬ ਜੀ ਕਹਿੰਦੇ ਵੀ ਪੰਜ ਨਵਾਜ਼ਾਂ ਦੇ ਰਾਹੀਂ ਸਾਨੂੰ ਸਮਝਾਇਆ ਵੀ ਹੋਣਾ ਕੀ ਚਾਹੀਦਾ। ਪੰਜ ਨਵਾਜ਼ਾਂ 'ਚ ਪਹਿਲਾ ਸੱਚ, ਹਲਾਲ ਦੋਏ,
ਤੀਜਾ ਖੈਰ ਖੁਦਾਏ। ਪਹਿਲੀ ਨਵਾਜ਼ ਸੱਚ ਦੀ ਹੋਣੀ ਚਾਹੀਦੀ ਹੈ ਜੀ। ਦੂਜੀ ਨਵਾਜ਼ ਸਾਨੂੰ ਸਿੱਖਿਆ ਦਿੰਦੀ ਹੈ ਵੀ ਹੱਕ ਦੀ ਕਮਾਈ ਖਾਣੀ ਹੈ ਜੀ। ਤੀਜੀ ਸਾਨੂੰ ਨਵਾਜ਼ ਸਮਝਾਉਂਦੀ ਹੈ ਵੀ ਸਰਬੱਤ ਦਾ ਭਲਾ, ਜਿਹੜਾ ਅਸੀਂ ਅਰਦਾਸ ਤੋਂ ਬਾਅਦ ਦੇ ਵਿੱਚ ਮੰਗਦੇ ਹਾਂ। ਜੀ। ਸਿੱਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ। ਬਿਲਕੁਲ ਬਿਲਕੁਲ। ਚੌਥੀ ਨੀਅਤ ਰਾਸ ਮਨ। ਜੀ। ਨੀਅਤ ਸਾਫ਼ ਹੋਣੀ ਮਨ ਸਾਫ਼ ਹੋਣਾ ਚਾਹੀਦਾ। ਪੰਜਵੀਂ ਖੈਰ ਖੁਦਾਏ, ਜਿਹੜੀ ਪੰਜਵੀਂ ਗੱਲ ਹੈਗੀ ਆ ਨਾ ਵੀ ਉਹ ਖੁਦਾ ਦੀ ਖੈਰ, ਕਹਿਣ ਤੋਂ ਭਾਵ ਵੀ ਸਾਫ਼ ਸਰਬੱਤ ਦੇ ਭਲੇ ਦੀ ਗੱਲ ਵੀ ਵਿੱਚ ਆ ਗਈ, ਨਾਲ ਦੀ ਨਾਲ ਖੁਦਾ ਦੇ ਅਕੋਰਡਿੰਗ ਚੱਲਣਾ, ਰੱਬ ਦੇ ਨਿਯਮਾਂ ਦੇ ਅਕੋਰਡਿੰਗ ਚੱਲਣਾ। ਪਹਿਲਾ ਸੱਚ, ਜਿਹੜਾ ਸੱਚ ਜੀਵਨ ਦੇ ਵਿੱਚ ਲੈ ਕੇ ਆਉਣਾ, ਹਲਾਲ ਦੋਏ ਜੀ। ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ ਜੀ। ਉਸ ਖੁਦਾ ਦੀ ਸਿਫਤ ਸਲਾਹ ਕਰਨੀ। ਇਹ ਪੰਜਵੀਂ ਨਵਾਜ਼ ਅਦਾ ਹੋਣੀ ਚਾਹੀਦੀ। ਤੇ ਜਦੋਂ ਅਸੀਂ ਇਹ ਨਵਾਜ਼ ਅਦਾ ਕਰਾਂਗੇ ਤਾਂ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਕਰਨੀ ਪ੍ਰਧਾਨ ਹੋਣੀ ਚਾਹੀਦੀ ਹੈ। ਜੇ ਉੱਪਰਲੇ ਤਲ ਤੋਂ ਨਵਾਜ਼ ਅਦਾ ਕੀਤੀ ਜਾਂ ਉੱਪਰਲੇ ਤਲ ਤੋਂ ਬਾਣੀ ਪੜ੍ਹੀ, ਜਿਵੇਂ ਤੁਸੀਂ ਕਹਿੰਦੇ ਹੋ ਵੀ ਮੂਲ ਮੰਤਰ ਤੱਕ ਯਾਦ ਰਹਿੰਦਾ, ਭਾਈ ਸਾਹਿਬ ਨੇ ਕਿਹਾ ਵੀ ਵਿੱਚੀ ਨਾਲ ਹੀ ਸੋਧਰ ਜੋੜ ਦਿੱਤੀ ਜਾਂਦੀ ਹੈ ਨਾ, ਸੁਰਤ ਕਰਕੇ ਹੋਣੀ ਚਾਹੀਦੀ ਹੈ, ਸੁਰਤ ਕਰਕੇ। ਪਰ ਬਹੁਤ ਦੇਖੀਦੇ ਆ, ਆਮ ਹੀ ਸੁਣੀਦਾ ਵੀਰਾਂ ਦੇ ਕੋਲੋਂ, ਭੈਣਾਂ ਦੇ ਕੋਲੋਂ ਵੀ ਅਸੀਂ ਰੋਜ਼ਾਨਾ ਨਿਤਨੇਮ ਕਰਦੇ ਹਾਂ, ਪਰ ਪ੍ਰੋਬਲਮ ਇਹੀ ਆਉਂਦੀ ਕਈਆਂ ਦੇ ਕੋਲੋਂ, ਇਹੀ ਹਰ ਇੱਕ ਦਾ ਮਨ 'ਚ ਇਹੀ ਸਵਾਲ ਹੁੰਦਾ ਵੀ ਕਰੀਏ ਕੀ ਫਿਰ। ਵੀ ਸ਼ੁਰੂ ਤਾਂ ਕਰਦੇ ਹਾਂ ਪਾਠ, ਪਰ ਧਿਆਨ ਸਾਡੇ ਹੋਰ ਘਰ ਦੀਆਂ ਟੈਨਸ਼ਨਾਂ, ਹੋਰ ਜ਼ਿੰਮੇਵਾਰੀਆਂ, ਵੀ ਅਸੀਂ ਨਿਤਨੇਮ ਕਰਦੇ ਹਾਂ ਪਹਿਲਾਂ ਹੀ ਹੁੰਦਾ ਵੀ 1 ਘੰਟੇ 'ਚ ਕੰਪਲੀਟ ਕਰਨਾ, ਜੌਬ 'ਤੇ ਜਾਣਾ, ਇਹ ਉਹ ਬੜੇ ਖਿਆਲ ਪਹਿਲੀ ਮਨ ਵਿੱਚ ਆਉਣ ਲੱਗ ਪੈਂਦੇ। ਹੱਲ ਕੀ ਹੋਵੇ ਉਹ? ਦੇਖੋ ਹੱਲ ਇੱਦਾਂ ਜੀ, ਪਹਿਲੇ ਨੰਬਰ ਤੇ ਤਾਂ ਸਾਨੂੰ ਜਿਵੇਂ ਅਸੀਂ ਨਿਤਨੇਮ ਕਰਦੇ ਹਾਂ ਜਾਂ ਅਸੀਂ ਜਿਹੜਾ ਹੈਗਾ ਸਹਿਜ ਪਾਠ ਕਰਦੇ ਹਾਂ ਜੀ, ਥੋੜਾ ਸੋਚ ਕੇ ਸਮਝ ਕੇ ਪਾਠ ਕਰਨਾ ਸ਼ੁਰੂ ਕਰ ਦਈਏ ਜੀ, ਅਰਥ ਭਾਵਾਂ ਨੂੰ ਸਮਝਣਾ ਸ਼ੁਰੂ ਕਰ ਦਈਏ ਤੇ ਸੁਰਤ ਦੇ ਵਿੱਚ ਇਹ ਲੈ ਕੇ ਆਈਏ ਵੀ ਹਾਂ ਅਸੀਂ ਗੁਰਬਾਣੀ ਨੂੰ ਮੰਨ ਕੇ ਚੱਲਣਾ। ਜਦੋਂ ਗੁਰਬਾਣੀ ਪੜ੍ਹਨ ਦੀ ਸ਼ੁਰੂਆਤ ਕਰਨੀ ਹੈ ਨਾ ਤਾਂ ਸਾਡੀ ਸੁਰਤ 'ਚ ਇੱਕ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਵੀ ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨ ਕੇ ਚੱਲਣਾ। ਜਦੋਂ ਅਸੀਂ ਇਹ ਆਪਣੀ ਸੁਰਤ ਵਿੱਚ ਲੈ ਆਵਾਂਗੇ, ਤੁਸੀਂ ਸਹਿਜ ਪਾਠ ਕਰਕੇ ਵੇਖੋ 300-400 ਅੰਕ ਤੇ ਪਹੁੰਚੋਗੇ ਤਾਂ ਤੁਹਾਨੂੰ ਜਿਹੜਾ ਗੁਰਬਾਣੀ ਕੰਠ ਵੀ ਹੋਣ ਲੱਗ ਜਾਣੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਪਤਾ ਵੀ ਲੱਗਣ ਲੱਗ ਜਾਣਾ ਵੀ ਅਸੀਂ ਕਰਮਕਾਂਡ ਕਿਹੜੇ ਕਰਦੇ ਹਾਂ, ਗਲਤ ਕੰਮ ਕਿਹੜੇ ਕਰਦੇ ਹਾਂ ਤੇ ਅਸੀਂ ਚੱਲਣਾ ਕਿਵੇਂ ਆ। ਤੇ ਇਸ ਲਈ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਮੁਸਲਮਾਨ ਅਸਲ ਵਿੱਚ ਜਿਹੜੇ ਨਵਾਜ਼ ਅਦਾ ਕਰਦੇ ਨੇ ਵੀਰ, ਸਤਿਗੁਰੂ ਜੀ ਕਹਿੰਦੇ ਕਹਿਣੀ ਪ੍ਰਧਾਨ ਨਹੀਂ, ਵੀ ਕਹਿਣਾ ਨਹੀਂ ਵੀ ਅਸੀਂ ਮੰਨ ਲਓ ਨਿਤਨੇਮ ਕਰ ਲਿਆ, ਕਹਿਣਾ ਨਹੀਂ ਅਸੀਂ ਸਹਿਜ ਪਾਠ ਕਰਦੇ ਹਾਂ, ਕਹਿਣਾ ਨਹੀਂ ਅਸੀਂ ਕਥਾ ਕਰਦੇ ਜਾਂ ਕਥਾ ਸੁਣਦੇ ਹਾਂ, ਕਰਨੀ ਪ੍ਰਧਾਨ, ਉਹਨੂੰ ਮੰਨ ਕੇ ਚੱਲਣਾ, ਜੀਵਨ ਦੇ ਵਿੱਚ ਗੁਰਬਾਣੀ ਨੂੰ ਲੈ ਕੇ ਆਉਣਾ। ਸੋ ਸੰਗਤ ਜੀ, ਸਾਡਾ ਮਕਸਦ ਇਹੀ ਸੀ ਤੁਹਾਡੇ ਨਾਲ ਮਸਜਿਦ ਦੀ ਇਮਾਰਤ ਦੀ ਵੀ ਦਰਸ਼ਨ ਕਰਾਈ, ਵੀ ਚਲੋ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਜਿਹੜੀਆਂ ਇਮਾਰਤਾਂ ਇਹਨਾਂ ਨਾਲ ਸਾਡਾ ਇਤਿਹਾਸ ਜੁੜਿਆ ਪਿਆ ਹੈ, ਸਾਨੂੰ ਇਹਨਾਂ ਸਾਖੀਆਂ ਤੋਂ ਸਿੱਖਣ ਨੂੰ ਮਿਲਦਾ ਹੈ ਕੁਛ ਨਾ ਕੁਛ, ਤੇ ਲੋੜ ਹੈ ਅਜੋਕੀ ਪੀੜ੍ਹੀ ਨੂੰ, ਨਵੀਂ ਪੀੜ੍ਹੀ ਨੂੰ ਇਹੋ ਜਿਹੇ ਸਥਾਨਾਂ 'ਤੇ ਪਹੁੰਚਣ, ਪਤਾ ਲੱਗੇ। ਬਹੁਤ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਸਥਾਨ ਹੈਗਾ, ਵੀ ਇਹ ਅੰਤਰਜਾਮਤਾ ਸਾਹਿਬ ਆਉਂਦੇ ਨੇ, ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਚਲੇ ਜਾਂਦੇ ਨੇ। ਅਸੀਂ ਰੋਕਦੇ ਨਹੀਂ ਕਿ ਉਹ ਮੱਥਾ ਨਾ ਟੇਕਣ, ਉੱਥੇ ਨਾ ਆਉਣ, ਪਰ ਉਹਨਾਂ ਨੂੰ ਇਹ ਪੁਰਾਤਨ ਇਮਾਰਤਾਂ ਜਿਹੜੀਆਂ ਇਹਨਾਂ ਦੇ ਉੱਪਰ, ਇਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਇਹਨਾਂ ਤੋਂ ਰਿਲੇਟਡ, ਇਹਨਾਂ ਦੇ ਨਾਲ ਜੋ ਸਾਖੀਆਂ ਨੇ ਉਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ, ਸਿੱਖਿਆ ਮਿਲਦੀ ਹੈ। ਤੇ ਮੈਂ ਵੀਰ ਨੂੰ ਫਿਰ ਕਹਾਂਗੇ ਪੂਰੀ ਬਿਲਡਿੰਗ ਇੱਕ ਵਾਰ ਜ਼ਰੂਰ ਸੰਗਤ ਨੂੰ ਦਿਖਾ ਦਿੱਤੀ ਜਾਵੇ ਕਿ ਦੇਖੋ ਇੰਨੀ ਪੁਰਾਤਨ ਇਮਾਰਤ ਹੈ, ਫਿਰ ਵੀ ਬਹੁਤ ਵਧੀਆ ਤਰੀਕੇ ਨਾਲ ਇਹਦੀ ਸੰਭਾਲ ਕੀਤੀ ਗਈ ਹੈ। ਤੇ ਸੋਹਣਾ ਉਪਰਾਲਾ ਸੁਲਤਾਨਪੁਰ ਲੋਧੀ 'ਚ ਕਿਲ੍ਹਾ ਸਰਾਏ ਵਿੱਚ ਇਹ ਮੌਜੂਦ ਆ ਇਮਾਰਤ, ਜਿੱਥੇ ਥਾਣਾ ਬਣਿਆ ਹੋਇਆ ਉੱਥੇ ਨਜ਼ਦੀਕ ਹੀ ਇਹ ਇਮਾਰਤ ਆ। ਤੇ ਇਹਦੇ ਆਲੇ ਦੁਆਲੇ ਦਾ ਦ੍ਰਿਸ਼ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਦੇਖੋ ਖੰਡਰ ਬਣ ਚੁੱਕੀਆਂ ਨੇ ਇਮਾਰਤਾਂ। ਲੋੜ ਆ ਸਰਕਾਰ ਨੂੰ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ, ਜਾਂ ਹੋਰ ਸੰਸਥਾਵਾਂ ਜਿਹੜੀਆਂ ਪੁਰਾਤਨ ਵਿਰਸੇ ਨੂੰ ਸੰਭਾਲਦੀਆਂ ਨੇ, ਤੇ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਜਾ ਸਕੇ। ਤੇ ਇਸ ਤੋਂ ਇਲਾਵਾ ਇਮਾਰਤ ਦੀ ਬੈਕ ਸਾਈਡ 'ਤੇ ਤੁਹਾਨੂੰ ਲੈ ਚੱਲਦੇ ਹਾਂ। ਸੰਗਤ ਜੀ, ਆਲੇ ਦੁਆਲੇ ਦਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਆ ਦੇਖੋ ਪੁਰਾਤਨ ਬੋਰਡ, ਹੋ ਸਕਦਾ ਉਹ ਸਮੇਂ ਦਾ ਵੀ ਹੋ ਸਕਦਾ ਹੈ, ਕਿਉਂਕਿ ਬੋਰਡ ਦੀ ਉਮਰ ਕਾਫੀ ਹੁੰਦੀ ਆ ਤੇ ਕਾਫੀ ਦੇਖੋ ਕਿੰਨੇ ਵੱਡੇ ਏਰੀਏ ਵਿੱਚ ਫੈਲਿਆ ਹੋਇਆ। ਤੇ ਇਮਾਰਤ ਦੀ ਬੈਕ ਸਾਈਡ ਖੜੇ ਆ ਮਸਜਿਦ ਦੇ, ਤੇ ਇੱਥੇ ਇੱਕ ਖੂਹ ਵੀ ਆ, ਇਹਦੇ ਬਾਰੇ ਜ਼ਿਕਰ ਆਇਆ, ਸੁਣਿਆ। ਅਸੀਂ ਕੋਈ ਸ਼ੋਰਟੀ ਨਹੀਂ ਦਿੰਦੇ, ਪੱਕਾ ਨਹੀਂ ਕਹਿੰਦੇ, ਪਰ ਕਹਿੰਦੇ ਕਿ ਉਹ ਸਾਖੀ ਵਿੱਚ ਜਿਹੜਾ ਜ਼ਿਕਰ ਆ ਕਿ ਉਹਦਾ ਧਿਆਨ ਸੀ ਕਾਜੀ ਦਾ ਕਿ ਮੇਰਾ ਵਛੇਰਾ ਜਾਂ ਉਹਦੀ ਬੱਚੀ ਜਿਹੜੀ ਉਹ ਨਾ ਡਿੱਗ ਪਵੇ ਖੂਹ 'ਚ। ਹੋ ਸਕਦਾ ਕਹਿੰਦੇ ਨੇ ਕਿ ਇਹ ਖੂਹ ਉਹ ਹੋਵੇ, ਅਸੀਂ ਇਹ 'ਤੇ ਪੱਕੀ ਮੋਹਰ ਨਹੀਂ ਲਾਉਂਦੇ, ਸੁਣਨ ਵਿੱਚ ਆਇਆ ਏ। ਚਲੋ ਇਹਦੇ 'ਤੇ ਹੋਰ ਇਤਿਹਾਸਕਾਰ ਖੋਜ ਕਰ ਸਕਦੇ ਨੇ ਕਿ ਉਹ ਖੂਹ ਦਾ ਕੀ ਇਤਿਹਾਸ ਹੈ, ਉਹਦੇ ਨਾਲ ਸੰਬੰਧਿਤ ਹੈ ਜਾਂ ਨਹੀਂ ਵੀ। ਪਰ ਫਿਰ ਵੀ ਨਵੀਂ ਪੀੜ੍ਹੀ ਜਿਹੜੀ ਸਾਡੇ ਹੋਰ ਵੀਰ ਨੇ, ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਣਾ ਚਾਹੀਦਾ ਹੈ ਤੇ ਇਹ ਸਾਂਝ ਪਾ ਸਕਣ। ਦੇਖੋ ਕਿੰਨੀ ਆਲੀਸ਼ਾਨ ਇਮਾਰਤ ਆ ਤੇ ਵਧੀਆ ਤਰੀਕੇ ਨਾਲ ਰੰਗ ਰੋਗਨ ਕਰਕੇ ਇਹਨੂੰ ਸੰਭਾਲ ਕੀਤੀ ਗਈ ਆ। ਤੇ ਸਾਡਾ ਮਕਸਦ ਇਹੀ ਸੀ ਕਿ ਇਸ ਸਾਖੀ ਤੇ ਜ਼ਰੀਏ ਤੁਹਾਡੇ ਨਾਲ ਜਿਹੜਾ ਸਿਧਾਂਤ ਉਹਦੀ ਸਾਂਝ ਪਾਈਏ, ਤੇ ਤੁਸੀਂ ਇਹਨਾਂ ਤਸਵੀਰਾਂ ਨੂੰ ਅੱਗੇ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਕਰਿਓ। ਤੇ ਹੋ ਸਕੇ ਤੁਸੀਂ ਗੁਰਦੁਆਰਾ ਬੇਰ ਸਾਹਿਬ ਆਉਂਦੇ ਹੋ ਜਾਂ ਸੁਲਤਾਨਪੁਰ ਲੋਧੀ ਦੇ ਹੋਰ ਗੁਰਦੁਆਰਿਆਂ ਵਿੱਚ ਦਰਸ਼ਨ ਕਰਨ ਆਉਂਦੇ ਹੋ ਤਾਂ ਇਸ ਮਸਜਿਦ ਦੇ ਵੀ ਜ਼ਰੂਰ ਦਰਸ਼ਨ ਕਰਨ ਆਓ।
ਤੇ ਧੰਨਵਾਦ ਆ ਸੰਗਤ ਦਾ ਤੇ ਵੀਰਾਂ ਦਾ ਜਿਨ੍ਹਾਂ ਨੇ ਇਹਦੇ ਸਿਧਾਂਤ ਬਾਰੇ, ਇੱਥੋਂ ਦੇ ਇਤਿਹਾਸ ਬਾਰੇ ਸਾਡੇ ਨਾਲ ਸਾਂਝ ਪਾਈ। ਤੇ ਹੁਣ ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।